ਜ਼ਰਾ ਸੋਚੋ, ਕੜੀ ਤੇ ਅੱਧੀ ਰਾਤ ਦਾ ਵੇਲਾ ਹੈ ਤੇ ਇੱਕ ਪੂਰੇ ਦੇਸ਼ ਦਾ ਜਨਮ ਹੋ ਰਿਹਾ ਹੈ। ਠੀਕ ਉਸੇ ਇਤਿਹਾਸਿਕ ਪਲ ਤੇ ਇੱਕ ਭਾਸ਼ਣ ਦਿੱਤਾ ਜਾਂਦਾ ਹੈ। कितने बरस हुए कि हमने किस्मत से एक बाजी लगाई थी, एक इकरार किया था, प्रतिज्ञा की थी। अब वक्त आया कि हम उसको पूरा करें। ਇਹ ਸਿਰਫ ਸ਼ਬਦ ਨਹੀਂ ਸਨ, ਬਲਕਿ ਇੱਕ ਨਵੇਂ ਬਣ ਰਹੇ ਦੇਸ਼ ਨਾਲ ਕੀਤਾ ਗਿਆ ਇੱਕ ਵਾਅਦਾ ਸੀ। ਅੱਜ ਅਸੀਂ ਉਸੇ ਕਿਸਮਤ ਨਾਲ ਇੱਕ ਮੁਲਾਕਾਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇੱਕ ਅਜਿਹਾ ਭਾਸ਼ਣ ਜਿਸ ਵਿੱਚ ਇੱਕ ਪਾਸੇ ਤਾਂ ਬੇਅੰਤ ਉਮੀਦਾਂ ਸਨ, ਪਰ ਦੂਜੇ ਪਾਸੇ ਚੁਣੌਤੀਆਂ ਦਾ ਪਹਾੜ ਖੜਾ ਸੀ। ਅੱਛਾ, ਤਾਂ ਚਲੋ ਫਿਰ ਇਸ ਨੂੰ ਡੂੰਘਾਈ ਨਾਲ ਸਮਝਦੇ ਹਾਂ। ਅਸੀਂ ਇਸ ਪੂਰੇ ਭਾਸ਼ਣ ਨੂੰ 5 ਮੁੱਖ ਹਿੱਸਿਆਂ ਵਿੱਚ ਵੰਡ ਕੇ ਦੇਖਾਂਗੇ। ਪਹਿਲਾਂ ਇੱਕ ਪੁਰਾਣੇ ਵਾਅਦੇ ਦੀ ਗੱਲ, ਫਿਰ ਆਜ਼ਾਦੀ ਨਾਲ ਮਿਲੇ ਦਰਦ ਦੀ, ਤੇ ਅਖੀਰ ਵਿੱਚ ਇਹ ਕਿ ਭਵਿੱਖ ਦਾ ਹਿੰਦੁਸਤਾਨ ਕਿਹੋ ਜਿਹਾ ਹੋਵੇਗਾ। ਚਲੋ ਸ਼ੁਰੂ ਕਰਦੇ ਹਾਂ। ਤਾਂ ਪਹਿਲਾ ਹਿੱਸਾ, ਕਿਸਮਤ ਨਾਲ ਇੱਕ ਬਾਜ਼ੀ। ਭਾਸ਼ਣ ਦਾ ਸਭ ਤੋਂ ਮਸ਼ਹੂਰ ਹਿੱਸਾ ਸ਼ਾਇਦ ਇਹੀ ਹੈ, ਪਰ ਇਹ ਸਿਰਫ ਇੱਕ ਖੂਬਸੂਰਤ ਲਾਈਨ ਨਹੀਂ ਸੀ। ਨਹੀਂ, ਇਸ ਦੇ ਪਿੱਛੇ ਪੀੜ੍ਹੀਆਂ ਦਾ ਸੰਘਰਸ਼ ਸੀ। ਇੱਕ ਬਹੁਤ ਪੁਰਾਣੇ ਵਾਅਦੇ ਨੂੰ ਪੂਰਾ ਕਰਨ ਦੀ ਭਾਵਨਾ ਛੁਪੀ ਹੋਈ ਸੀ। भाषण की शुरुआत ही इस गल नाल हुंदी है, कितने बरस हुए कि हमने किस्मत से एक बाजी लगाई थी, अब वक्त आया कि हम उसको पूरा करें। यानी कि ये गल बिल्कुल साफ कर दी गई कि आज़ादी कोई तोहफा नहीं है, ये तो एक बाजी सी जो दहाकियां पहला लाई गई सी, एक सौं सी जिसनू पूरा करन दा समा हुण आ गया सी। सो ये सिर्फ कोई सियासी बदलाव नहीं सी, ये तो एक पूरी पीढ़ी दे सुपने दा सच होना सी। पर इत्थे एक बहुत ही दिलचस्प गल है, ਜਿਵੇਂ ਹੀ ਇੱਕ ਪੁਰਾਣਾ ਵਾਅਦਾ ਪੂਰਾ ਹੁੰਦਾ ਹੈ ਨਾ, ਠੀਕ ਉਸੇ ਵੇਲੇ ਇੱਕ ਨਵਾਂ ਵਾਅਦਾ ਲੈ ਲਿਆ ਜਾਂਦਾ ਹੈ। ਤੇ ਇਹ ਨਵਾਂ ਵਾਅਦਾ ਸੀ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦਾ ਵਾਅਦਾ। ਮਤਲਬ ਬਿਲਕੁਲ ਸਾਫ਼ ਸੀ ਕਿ ਆਜ਼ਾਦੀ ਕੋਈ ਮੰਜ਼ਿਲ ਨਹੀਂ, ਸਗੋਂ ਇਹ ਤਾਂ ਇੱਕ ਬਿਲਕੁਲ ਨਵੇਂ ਤੇ ਸ਼ਾਇਦ ਹੋਰ ਵੀ ਔਖੇ ਸਫ਼ਰ ਦੀ ਸ਼ੁਰੂਆਤ ਹੈ। ਪਰ ਜਿਵੇਂ ਮੈਂ ਪਹਿਲਾਂ ਕਿਹਾ, ਇਹ ਜਸ਼ਨ ਇਹ ਪੂਰਾ ਨਹੀਂ ਸੀ। ਖੁਸ਼ੀ ਦੇ ਨਾਲ-ਨਾਲ ਇੱਕ ਬਹੁਤ ਡੂੰਘਾ ਦਰਦ ਵੀ ਜੁੜਿਆ ਹੋਇਆ ਸੀ। ਤਾਂ ਚਲੋ ਹੁਣ ਉਸ ਪਲ ਦੀ ਕੌੜੀ ਸੱਚਾਈ ਨੂੰ ਸਮਝਦੇ ਹਾਂ, ਜਿੱਥੇ ਆਜ਼ਾਦੀ ਦਾ ਜਸ਼ਨ ਵੰਡ ਦੇ ਗਮ ਵਿੱਚ ਡੁੱਬਿਆ ਹੋਇਆ ਸੀ। ਉਸ ਵੇਲੇ ਨਾ ਦੋ ਹਕੀਕਤਾਂ ਇੱਕੋ ਵੇਲੇ ਚੱਲ ਰਹੀਆਂ ਸਨ। ਇੱਕ ਪਾਸੇ ਤਾਂ ਸਦੀਆਂ ਦੀ ਗੁਲਾਮੀ ਤੋਂ ਬਾਅਦ ਆਜ਼ਾਦੀ ਮਿਲਣ ਦੀ ਖੁਸ਼ੀ ਸੀ, ਇੱਕ ਬੜੀ ਮੰਜ਼ਿਲ ਪੂਰੀ ਹੋਈ, ਪਰ ਨਾਲ ਹੀ ਦੂਜੇ ਪਾਸੇ ਵੰਡ ਦਾ ਉਹ ਭਿਆਨਕ ਦਰਦ ਸੀ। ਬੜੇ-ਬੜੇ ਸ਼ਹਿਰ ਜਲ ਰਹੇ ਹਨ। ਸੋਚੋ ਕਿੰਨਾ ਅਜੀਬ ਮਾਹੌਲ ਹੋਵੇਗਾ ਜਿੱਥੇ ਇੱਕ ਪਾਸੇ ਜਸ਼ਨ ਤੇ ਦੂਜੇ ਪਾਸੇ ਮਾਤਮ ਸੀ। ਤੇ ਇਸ ਭਾਸ਼ਣ ਦੀ ਸਭ ਤੋਂ ਵੱਡੀ ਖਾਸੀਅਤ ਇਹੀ ਹੈ ਕਿ ਇਹ ਇਸ ਕੌੜੀ ਸੱਚਾਈ ਤੋਂ ਮੂੰਹ ਨਹੀਂ ਮੋੜਦਾ, ਬਲਕਿ ਇਹ ਸਾਫ਼-ਸਾਫ਼ ਕਹਿੰਦਾ ਹੈ ਕਿ ਖੁਸ਼ੀ ਪੂਰੀ ਤੌਰ ਸੇ ਨਹੀਂ ਹੋ ਸਕਦੀ। ਤੇ ਗੱਲ ਵੀ ਸਹੀ ਹੈ, ਜਦੋਂ ਇੰਨੇ ਸਾਰੇ ਲੋਕਾਂ ਦੇ ਦਿਲ ਗਮ ਨਾਲ ਭਰੇ ਹੋਣ ਤਾਂ ਖੁਸ਼ੀ ਪੂਰੀ ਹੋ ਵੀ ਕਿਵੇਂ ਸਕਦੀ ਹੈ। ਇਹ ਉਸ ਪਲ ਦੀ ਇਮਾਨਦਾਰੀ ਨੂੰ ਦਰਸਾਉਂਦਾ ਹੈ। ਤਾਂ ਫਿਰ ਸਵਾਲ ਉੱਠਦਾ ਹੈ ਕਿ ਜੇ ਆਜ਼ਾਦੀ ਸਿਰਫ ਅੰਗਰੇਜ਼ਾਂ ਦੇ ਚਲੇ ਜਾਣ ਦਾ ਨਾਂ ਨਹੀਂ ਸੀ, ਤਾਂ ਫਿਰ ਇਸ ਦੇ ਅਸਲ ਮਾਇਨੇ ਕੀ ਸਨ? ਇੱਥੋਂ ਇਹ ਭਾਸ਼ਣ ਸਾਨੂੰ ਆਜ਼ਾਦੀ ਦੀ ਇੱਕ ਬਹੁਤ ਹੀ ਡੂੰਘੀ ਪਰਿਭਾਸ਼ਾ ਦਿੰਦਾ ਹੈ, ਇੱਕ ਅਜਿਹੀ ਪਰਿਭਾਸ਼ਾ ਜੋ ਸਿਰਫ ਇੱਕ ਸਿਆਸੀ ਜਿੱਤ ਤੋਂ ਕਿਤੇ ਵੱਡੀ ਹੈ। ਇਸ ਭਾਸ਼ਣ ਮੁਤਾਬਿਕ ਆਜ਼ਾਦੀ ਦਾ ਮਤਲਬ ਸਿਰਫ ਵਿਦੇਸ਼ੀ ਸਰਕਾਰ ਨੂੰ ਹਟਾਉਣਾ ਨਹੀਂ ਹੈ। ਨਹੀਂ, ਅਸਲ ਆਜ਼ਾਦੀ ਦਾ ਮਤਲਬ ਹੈ ਹਿੰਦੁਸਤਾਨ ਦੇ ਹਰ ਇੱਕ ਇਨਸਾਨ ਦੇ ਦੁੱਖਾਂ ਅਤੇ ਮੁਸੀਬਤਾਂ ਨੂੰ ਖਤਮ ਕਰਨ ਦਾ ਮਿਸ਼ਨ। ਇਹ ਕਿਹਾ ਗਿਆ ਕਿ ਅਸਲ ਆਜ਼ਾਦੀ ਉਦੋਂ ਆਵੇਗੀ ਜਦੋਂ ਹਰ ਇੱਕ ਹਿੰਦੁਸਤਾਨੀ ਦੀ ਅੱਖ ਵਿੱਚੋਂ ਹਰ ਇੱਕ ਹੰਝੂ ਪੂੰਝਿਆ ਜਾਵੇਗਾ, ਯਾਨੀ ਕਿ ਅਸਲ ਕੰਮ ਤਾਂ ਹੁਣ ਸ਼ੁਰੂ ਹੋਇਆ ਸੀ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਆਜ਼ਾਦੀ ਕੋਈ ਮੰਜ਼ਿਲ ਨਹੀਂ, ਬਲਕਿ ਇੱਕ ਮਿਸ਼ਨ ਹੈ, ਇੱਕ ਅਜਿਹਾ ਕੰਮ ਜੋ ਲਗਾਤਾਰ ਚੱਲਦਾ ਰਹੇਗਾ। ਕੀ ਕਰਨਾ ਹੈ? ਪਹਿਲਾਂ ਲੋਕਾਂ ਦੇ ਦੁੱਖ ਖਤਮ ਕਰਨੇ ਹਨ, ਫਿਰ ਉਹਨਾਂ ਦੀਆਂ ਮੁਸੀਬਤਾਂ ਨੂੰ ਦੂਰ ਕਰਨਾ ਹੈ, ਤੇ ਅਖੀਰ ਵਿੱਚ ਇਹ ਪੱਕਾ ਕਰਨਾ ਹੈ ਕਿ ਹਰ ਹਿੰਦੁਸਤਾਨੀ ਸੱਚਮੁੱਚ ਆਜ਼ਾਦੀ ਦੀ ਹਵਾ ਵਿੱਚ ਸਾਹ ਲੈ ਸਕੇ। ਅੱਛਾ, ਜੇ ਆਜ਼ਾਦੀ ਦਾ ਮਤਲਬ ਸੇਵਾ ਕਰਨਾ ਹੈ, ਤਾਂ ਸਵਾਲ ਇਹ ਹੈ ਕਿ ਇਹ ਸੇਵਾ ਕਿਸ ਦੇਸ਼ ਦੀ ਕਰਨੀ ਹੈ? ਮਤਲਬ ਇਹ ਨਵਾਂ ਦੇਸ਼ ਹਿੰਦੁਸਤਾਨ ਹੋਵੇਗਾ ਕਿਹੋ ਜਿਹਾ? ਇੱਥੋਂ ਇਹ ਭਾਸ਼ਣ ਦੇਸ਼ ਦੀ ਨੀਂਹ ਰੱਖਣ ਵਾਲੇ ਸਿਧਾਂਤਾਂ ਤੇ ਆਉਂਦਾ ਹੈ। ਤੇ ਇਹ ਸਵਾਲ ਬਹੁਤ ਬੁਨਿਆਦੀ ਸੀ। ਆਖਿਰ ਹਿੰਦੁਸਤਾਨ ਕਿਹੋ ਜਿਹਾ ਮੁਲਕ ਹੋਵੇਗਾ? ਸੋਚੋ, ਇਸ ਇੱਕ ਸਵਾਲ ਦੇ ਜਵਾਬ ਨਹੀਂ ਤਾਂ ਨਵੇਂ ਦੇਸ਼ ਦੀ ਪੂਰੀ ਪਹਿਚਾਣ ਤੈਅ ਕਰਨੀ ਸੀ। ਤੇ ਇਹ ਸਵਾਲ ਦਾ ਜਵਾਬ ਬਿਲਕੁਲ ਸਾਫ਼-ਸਾਫ਼ ਦਿੱਤਾ ਗਿਆ। ਇਹ ਕਿਹਾ ਗਿਆ ਕਿ ਹਿੰਦੁਸਤਾਨ ਕਿਸੇ ਇੱਕ ਫਿਰਕੇ ਜਾਂ ਕਿਸੇ ਇੱਕ ਮਜ਼ਹਬ ਵਾਲਿਆਂ ਦਾ ਮੁਲਕ ਨਹੀਂ ਹੋਵੇਗਾ, ਬਲਕਿ ਇਹ ਹਰ ਇੱਕ ਹਿੰਦੁਸਤਾਨੀ ਦਾ ਮੁਲਕ ਹੋਵੇਗਾ। ਇੱਕ ਅਜਿਹਾ ਮੁਲਕ ਜਿੱਥੇ ਸਾਰਿਆਂ ਨੂੰ ਬਰਾਬਰ ਦੇ ਹੱਕ ਮਿਲਣਗੇ ਤੇ ਸਾਰੇ ਆਜ਼ਾਦੀ ਵਿੱਚ ਬਰਾਬਰ ਦੇ ਹਿੱਸੇਦਾਰ ਹੋਣਗੇ। ਇਹ ਲਾਈਨ ਨਵੇਂ ਹਿੰਦੁਸਤਾਨ ਦੇ ਸਭ ਤੋਂ ਵੱਡੇ ਸਿਧਾਂਤ ਨੂੰ ਪੱਕਾ ਕਰਦੀ ਹੈ।
ਅਗਰ ਕਿਸੇ ਪਰ ਜ਼ਿਆਦਤੀ ਹੋਗੀ ਤਾਂ ਉਸकी ਮਦਦ ਕਰਾਂਗੇ ਚਾਹੇ ਉਹ ਕੋਈ ਹੋ। ਮਤਲਬ ਜੇ ਕਿਸੇ ਨਾਲ ਵੀ ਕੋਈ ਧੱਕਾ ਹੁੰਦਾ ਹੈ ਤਾਂ ਸਰਕਾਰ ਉਸਦੀ ਮਦਦ ਕਰੇਗੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕੌਣ ਹੈ, ਕਿਸ ਧਰਮ ਦਾ ਹੈ ਜਾਂ ਕਿਸ ਜਾਤ ਦਾ ਹੈ। ਇਹ ਇੱਕ ਤਰ੍ਹਾਂ ਨਾਲ ਸਾਰਿਆਂ ਲਈ ਸੁਰੱਖਿਆ ਦੀ ਗਾਰੰਟੀ ਸੀ। ਅਤੇ ਹੁਣ ਆਉਂਦੇ ਹਾਂ ਆਖਰੀ ਹਿੱਸੇ ਤੇ। ਕੰਮ ਹਾਲੇ ਬਾਕੀ ਹੈ। ਭਾਸ਼ਣ ਦੇ ਅਖੀਰ ਵਿੱਚ ਗੱਲ ਭਵਿੱਖ ਦੀ ਹੁੰਦੀ ਹੈ। ਇੱਥੇ ਸਿਰਫ ਸੁਪਨੇ ਨਹੀਂ ਦਿਖਾਏ ਜਾਂਦੇ, ਬਲਕਿ ਆਉਣ ਵਾਲੀਆਂ ਵੱਡੀਆਂ-ਵੱਡੀਆਂ ਚੁਣੌਤੀਆਂ ਨੂੰ ਮੰਨਿਆ ਜਾਂਦਾ ਹੈ ਤੇ ਉਹਨਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਜਾਂਦਾ ਹੈ। ਹਾਂ, ਇਹ ਮੰਨਿਆ ਗਿਆ ਕਿ ਆਉਣ ਵਾਲੀਆਂ ਚੁਣੌਤੀਆਂ ਛੋਟੀਆਂ ਨਹੀਂ, ਬਹੁਤ ਵੱਡੀਆਂ ਹਨ, ਪਰ ਨਾਲ ਹੀ ਇਹ ਯਾਦ ਵੀ ਦਿਵਾਇਆ ਗਿਆ ਕਿ ਇਸ ਦੇਸ਼ ਦੇ ਲੋਕਾਂ ਨੇ ਪਹਿਲਾਂ ਵੀ ਤਾਂ ਵੱਡੀਆਂ-ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ ਤੇ ਉਹਨਾਂ ਤੇ ਜਿੱਤ ਹਾਸਿਲ ਕੀਤੀ ਹੈ। ਸੋ ਇਹ ਇੱਕ ਤਰ੍ਹਾਂ ਨਾਲ ਆਪਣੇ ਅਤੀਤ ਤੋਂ ਹਿੰਮਤ ਲੈ ਕੇ ਭਵਿੱਖ ਵੱਲ ਵਧਣ ਦਾ ਸੱਦਾ ਸੀ। ਪਰ ਇਹ ਤਾਕਤ, ਇਹ ਹਿੰਮਤ ਕਿੱਥੋਂ ਆਵੇਗੀ? ਭਾषण कहता है, ताकत और गुरूर कुछ हमारा अपना शख्सी और व्यक्तिगत नहीं है, लेकिन कुछ गुरूर है अपने मुल्क में। मतलब ये विश्वास किसी दे अपने हंकार तो नहीं आंदा, ਇਹ ਵਿਸ਼ਵਾਸ ਤਾਂ ਇਸ ਦੇਸ਼ ਵਿੱਚ ਹੈ, ਇਸ ਦੇਸ਼ ਦੇ ਲੋਕਾਂ ਵਿੱਚ ਹੈ ਜਿਨ੍ਹਾਂ ਨੇ ਇੰਨਾ ਕੁਝ ਛੱਲਿਆ ਹੈ। ਅਸਲ ਤਾਕਤ ਦਾ ਸਰੋਤ ਦੇਸ਼ ਖੁਦ ਹੈ। ਪਰ ਨਾਲ ਹੀ ਇੱਕ ਚੇਤਾਵਨੀ ਵੀ ਦਿੱਤੀ ਗਈ। ਇਹ ਕਿਹਾ ਗਿਆ ਕਿ ਦੇਸ਼ ਅੱਗੇ ਤਾਂ ਹੀ ਵਧ ਸਕਦਾ ਹੈ ਜੇ ਸਾਰੇ ਏਕਤਾ ਨਾਲ ਰਹਿਣਗੇ ਤੇ ਤੰਗ ਖਿਆਲੀ ਯਾਨੀ ਕਿ ਸੌੜੀ ਸੋਚ ਤੋਂ ਬਚਣਗੇ। ਇਸ ਤੰਗ ਦਿਲੀ ਨੂੰ ਹੀ ਸਾਰੀਆਂ ਸਮੱਸਿਆਵਾਂ ਦੀ ਜੜ ਤੇ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਦੱਸਿਆ ਗਿਆ ਸੀ। ਤੇ ਅਖੀਰ ਵਿੱਚ ਇਹ ਭਾਸ਼ਣ ਸਾਨੂੰ ਅੱਜ ਇੱਕ ਬਹੁਤ ਵੱਡੇ ਸਵਾਲ ਦੇ ਨਾਲ ਛੱਡ ਜਾਂਦਾ ਹੈ। ਜੋ ਸੁਪਨਾ ਉਸ ਰਾਤ ਦੇਖਿਆ ਗਿਆ ਸੀ, ਜੋ ਵਾਅਦੇ ਉਸ ਰਾਤ ਕੀਤੇ ਗਏ ਸਨ, ਕੀ ਉਹ ਪੂਰੇ ਹੋਏ? ਇਹ ਇੱਕ ਅਜਿਹਾ ਸਵਾਲ ਹੈ ਜਿਸ ਬਾਰੇ ਸੋਚਣਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ।